ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ, ਜੈ ਮਸੀਹ। ਬ੍ਰਦਰ ਇਕਬਾਲ ਜੀ, ਜੀ ਸਰ। ਅੱਜ ਬੜੇ ਜੱਜ ਰਹੇ ਹੋ ਜੀ। ਜਿੰਜ ਉਹ ਕੀ ਕਹਿੰਦੇ ਨੇ, ਬੁੱਢੇ ਵੇਲੇ ਸਾਦਕ ਮੇਵਾ ਦਿੰਦਾ ਰਹੇ। ਹਾਲੇਲੂਇਆ। ਅੱਜ ਤੁਸੀਂ ਕੋਟ ਲਾਤਾ। ਕੋਟ ਗਰਮੀ ਜੇ ਬੜੀ ਹੈ ਸਰ। ਤੇ ਕਿੰਨੀ ਗਰਮੀ ਹੋਏਗੀ, ਤੁਸੀਂ ਟਾਈ ਵੀ ਲਾ ਦੋਗੇ? ਇਹ ਨਹੀਂ ਲਾਣੀ। ਇਹ ਨਹੀਂ ਲੈਣੀ। ਅੱਛਾ, ਇੱਧਰ ਓਕੇ, ਠੀਕ ਹੈ ਜੀ, ਠੀਕ ਹੈ ਜੀ। ਆਪਾਂ ਸ਼ੁਰੂ ਕਰਦੇ ਜੀ ਬਾਈਬਲ। ਹਾਲੇਲੂਇਆ, ਪ੍ਰੇਜ਼ ਦਾ। ਹਾਂਜੀ, ਆਪਾਂ ਓਕੇ ਜੀ, ਆਪਾਂ ਸਾਮਸ ਭਜਨ ਜ਼ਬੂਰ ਤੋਂ ਅੱਛਾ ਜੀ ਸ਼ੁਰੂ ਕਰਦੇ ਹਾਂ ਜੀ। ਬਿਲਕੁਲ ਠੀਕ ਹੈ। 47 ਭਜਨ ਜ਼ਬੂਰ ਦੀਆਂ ਪਹਿਲੀਆਂ 5 ਆਇਤਾਂ ਪੜ੍ਹਦੇ ਹਾਂ ਜੀ। ਉਸ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਹਾਂਜੀ 47 ਜੀ ਸਰ। ਪਰਮੇਸ਼ਰ ਧਰਤੀ ਦਾ ਮਹਾਰਾਜਾ, ਉੱਪਰ ਦਾ ਸਿਰਲੇਖ ਹੀ ਹੈਗਾ। ਹਾਂਜੀ, ਹੇ ਸਭ ਲੋਕੋ ਤਾਲੀਆਂ ਵਜਾਓ, ਹਾਲੇਲੂਇਆ। ਜੈ ਜੈਕਾਰ ਦੇ ਸ਼ਬਦ ਨਾਲ ਪਰਮੇਸ਼ਰ ਦੇ ਲਈ ਲਲਕਾਰੋ। ਕਿਉਂ ਜੋ ਯਹੋਵਾ ਅਤ ਮਹਾਨ ਆਤਮਾ ਤੇ ਭਿਆਨਕ ਹੈ। ਭਿਆਨਕ ਹੈ ਵੀ ਲਿਖਿਆ ਹੈ। ਹਾਂਜੀ, ਵਾਹ। ਉਹ ਸਾਰੇ ਜਗਤ ਦਾ ਮਹਾਰਾਜਾ ਹੈ। ਉਹ ਲੋਕਾਂ ਨੂੰ ਸਾਡੇ ਹੇਠਾਂ ਦਬਾ ਦਿੰਦਾ ਅਤੇ ਉੱਤਮਾਂ ਨੂੰ ਸਾਡੇ ਪੈਰਾਂ ਦੇ ਹੇਠ ਕਰ ਦਿੰਦਾ ਹੈ। ਕੀ ਬਾਤ। ਹਾਂਜੀ, ਹਾਲੇਲੂਇਆ। ਉਹ ਸਾਡੇ ਲਈ ਸਾਡੇ ਅਧਿਕਾਰ ਨੂੰ ਚਲਾਉਂਦਾ ਹੈ। ਹਾਂਜੀ, ਉਹ ਸਾਡੇ ਲਈ ਸਾਡੇ ਅਧਿਕਾਰ ਨੂੰ ਚਲਾਉਂਦਾ ਹੈ। ਕੀ ਬਾਤ ਹੈ। ਆਪਣੇ ਪਿਆਰੇ ਯਾਕੂਬ ਦੀ ਉਤਮਤਾਈ ਨੂੰ, ਹਾਂਜੀ, ਸਲੇ। ਹਾਂਜੀ, ਪਰਮੇਸ਼ਰ ਲਲਕਾਰ ਨਾਲ ਉੱਪਰ ਚੜ੍ਹ ਗਿਆ ਹੈ। ਯਹੋਵਾ ਨਰਸੰਗੇ ਦੀ ਆਵਾਜ਼ ਨਾਲ। ਪਰਮੇਸ਼ਰ ਦਾ ਕੀਰਤਨ ਕਰੋ, ਕੀਰਤਨ ਕਰੋ, ਸਾਡੇ ਪਾਤਸ਼ਾਹ ਦੇ ਗੁਣ ਗਾਓ, ਗੁਣ ਗਾਓ। ਪਰਮੇਸ਼ਰ ਦਾ ਕੀ ਮਤਲਬ, ਉਸ ਦੀ ਉਸਤਤ ਕਰੋ, ਮਹਿਮਾ ਕਰੋ, ਵਰਸ਼ਿਪ ਕਰੋ। ਬਿਲਕੁਲ ਜੀ, ਬਿਲਕੁਲ। ਵਾਹ ਵਾਹ। ਪਰਮੇਸ਼ਰ ਪਿਤਾ, ਆਪ ਸੱਚਮੁੱਚ ਹੀ ਮਹਿਮਾ ਦੇ ਯੋਗ ਹੋ, ਉਸਤਤ ਦੇ ਯੋਗ ਹੋ। ਆਪ ਮਹਾਨ ਮਹਾਨ ਪਰਮੇਸ਼ਰ ਹੋ। ਪਰਮੇਸ਼ਰ ਪਿਤਾ, ਆਪ ਵਰਗਾ ਕੋਈ ਨਹੀਂ। ਆਪ ਹੀ ਸੱਚੇ ਜੀਂਦੇ ਜਾਗਦੇ ਪਰਮੇਸ਼ਰ ਹੋ। ਆਪ ਇਬਰਾਹਿਮ, ਇਜ਼ਹਾਕ ਤੇ ਯਕੂਬ ਦੇ ਪਰਮੇਸ਼ਰ ਹੋ ਅਤੇ ਸਾਡੇ ਪਰਮੇਸ਼ਰ ਹੋ, ਔਰ ਆਪ ਤੋਂ ਬਿਨਾਂ ਹੋਰ ਕੋਈ ਨਹੀਂ, ਕੋਈ ਨਹੀਂ। ਪਰਮੇਸ਼ਰ ਪਿਤਾ, ਆਪ ਹੀ ਸੱਚੇ ਰੱਬ ਹੋ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ, ਆਪ ਜੀ ਦੀ ਦਇਆ, ਰਹਿਮ, ਕਿਰਪਾ ਦੇ ਵਾਸਤੇ। ਆਪ ਨੇ ਪਰਮੇਸ਼ਰ ਪਿਤਾ ਸਾਡੇ ਤੇ ਰਹਿਮ ਕੀਤਾ, ਸਾਨੂੰ ਅੰਧੇਰੇ ਵਿੱਚੋਂ ਕੱਢ ਕੇ ਸੱਚ ਨਾਲ ਜੋੜਿਆ, ਭਰਮਾਂ ਭੁਲੇਖਿਆਂ ਵਿੱਚੋਂ ਕੱਢ ਕੇ ਪਰਮੇਸ਼ਰ ਪਿਤਾ ਯਿਸੂ ਮਸੀਹ ਨਾਲ ਜੋੜਿਆ। ਯਿਸੂ ਮਸੀਹ ਹੀ ਰਾਹ, ਸੱਚ ਔਰ ਜ਼ਿੰਦਗੀ ਦਾ ਦਰਵਾਜ਼ਾ ਹੈ, ਜਿਸ ਦੇ ਵਿੱਚੋਂ ਦੀ ਲੰਘ ਕੇ ਪਰਮੇਸ਼ਰ ਪਿਤਾ ਅਸੀਂ ਆਪ ਤੱਕ ਪਹੁੰਚ ਸਕਦੇ ਹਾਂ। ਪਰਮੇਸ਼ਰ ਪਿਤਾ, ਜਿਸ ਦੇ ਥਰੂ ਪਵਿੱਤਰਤਾਈ ਮਿਲਦੀ ਹੈ, ਯਿਸੂ ਮਸੀਹ ਤੇ ਵਿਸ਼ਵਾਸ ਕਰਕੇ ਤਾਂ ਆਪ ਤੱਕ ਪਹੁੰਚ ਸਕਦੇ ਹਾਂ। ਆਪ ਪਵਿੱਤਰ ਹੋ ਪਰਮੇਸ਼ਰ ਪਿਤਾ, ਆਪ ਪਵਿੱਤਰ ਹੋ, ਔਰ ਆਪ ਤੱਕ ਪਹੁੰਚਣ ਦੇ ਲਈ ਪਵਿੱਤਰ ਹੋਣਾ ਜ਼ਰੂਰੀ ਹੈ। ਪਰਮੇਸ਼ਰ ਪਿਤਾ, ਆਪ ਪਰਮੇਸ਼ਰ ਪਿਤਾ ਆਪਣੇ ਬੱਚਿਆਂ ਨੂੰ, ਦੁਨੀਆ ਨੂੰ ਪਿਆਰ ਕਰਦੇ ਹੋ, ਇਸੇ ਲਈ ਹੀ ਆਪ ਨੇ ਮੁਕਤੀ ਦਾ, ਸੈਲਵੇਸ਼ਨ ਦਾ, ਪਵਿੱਤਰ ਲੋਕਾਂ ਨੂੰ ਬਣਾਉਣ ਦੇ ਲਈ ਇੱਕ ਸਾਧਨ, ਇੱਕ ਵਸੀਲਾ, ਇੱਕ ਆਪਣਾ ਪਰਮੇਸ਼ਰ ਪਿਤਾ ਇਕਲੌਤਾ ਪੁੱਤਰ ਆਪ ਦਿੱਤਾ, ਯਿਸੂ ਮਸੀਹ ਨੂੰ। ਪਰਮੇਸ਼ਰ ਪਿਤਾ, ਇੱਕੋ ਇੱਕ ਜੋ ਆਪ ਦਾ ਇਕਲੌਤਾ ਪੁੱਤਰ ਯਿਸੂ ਮਸੀਹ, ਉਹ ਸ਼ਬਦ, ਉਹ ਵਚਨ ਜਿਸ ਤੋਂ ਸਭ ਕੁਝ ਬਣਾਇਆ ਗਿਆ, ਉਸ ਨੂੰ ਇਸ ਧਰਤੀ ਤੇ ਭੇਜਿਆ ਤਾਂ ਕਿ ਜੋ ਵੀ ਉਸ ਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ। ਪਰਮੇਸ਼ਰ ਪਿਤਾ, ਇਸ ਦਇਆ, ਰਹਿਮ, ਕਿਰਪਾ ਦੇ ਲਈ ਸ਼ੁਕਰ ਕਰਦੇ ਹਾਂ। ਔਰ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਇਸ ਵਚਨ ਦੇ ਲਈ ਜੋ ਸਾਨੂੰ ਸੱਚ ਤੱਕ ਪਹੁੰਚਾਉਂਦਾ ਹੈ, ਜੋ ਵਚਨ ਜੋ ਸੱਚਾ ਹੈ, ਜੋ ਜੀਵਨ ਹੈ, ਜੋ ਰਾਹ ਹੈ, ਜ਼ਿੰਦਗੀ ਹੈ। ਇਸ ਵਚਨ ਨੂੰ ਪਰਮੇਸ਼ਰ ਪਿਤਾ, ਇਸ ਵਿੱਚੋਂ ਸਿੱਖਣ ਜਾ ਰਹੇ ਹਾਂ, ਪੜ੍ਹਨ ਜਾ ਰਹੇ ਹਾਂ, ਬਾਈਬਲ ਸਟੱਡੀ ਕਰਨ ਜਾ ਰਹੇ ਹਾਂ। ਸਾਡੇ ਨਾਲ ਹੋਣਾ ਪਰਮੇਸ਼ਰ ਪਿਤਾ, ਸਾਡੀ ਮਦਦ ਕਰੋ, ਸਾਨੂੰ ਗਾਈਡ ਕਰੋ, ਲੀਡ ਕਰੋ। ਅਸੀਂ ਆਪ ਤੱਕ ਪਰਮੇਸ਼ਰ ਪਿਤਾ, ਆਪ ਦੇ ਵਚਨ ਨੂੰ ਹੋਰ ਸਮਝੀਏ, ਗਹਿਰਾਈਆਂ ਤੱਕ ਸਾਨੂੰ ਲੈ ਕੇ ਜਾਓ। ਆਪ ਜੀ ਦਾ ਪਵਿੱਤਰ ਆਤਮਾ ਸਾਨੂੰ ਗਾਈਡ ਕਰੇ, ਲੀਡ ਕਰੇ। ਪਰਮੇਸ਼ਰ ਪਿਤਾ, ਜੋ ਕੁਛ ਵੀ ਬੋਲਿਆ ਜਾਵੇ, ਜੋ ਕੁਛ ਵੀ ਪੜ੍ਹਿਆ ਜਾਵੇ, ਸੁਣਿਆ ਜਾਵੇ, ਸਮਝਿਆ ਜਾਵੇ, ਉਹ ਕੇਵਲ ਤੇ ਕੇਵਲ ਆਪ ਵੱਲੋਂ ਹੋਵੇ। ਪਵਿੱਤਰ ਆਤਮਾ ਜੀ, ਆਪ ਵੱਲੋਂ ਹੋਵੇ। ਇਹ ਸਾਰੀ ਬਾਈਬਲ ਸਟੱਡੀ ਆਪ ਦੇ ਹੱਥਾਂ ਵਿੱਚ ਦਿੰਦੇ ਹਾਂ।
ਔਰ ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ। ਹਰ ਇੱਕ ਦੇ ਨਾਲ ਗੱਲਬਾਤ ਕਰੋ ਔਰ ਇਹ ਸਭ ਕੁਝ ਮੰਗਦੇ ਹਾਂ ਆਪਦੇ ਇਕਲੌਤੇ ਪੁੱਤਰ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਆਮੀਨ, ਹਾਲੇਲੂਇਆ। ਜੀ ਸਰ। ਹਾਂਜੀ, ਆਪਾਂ ਜੀ ਬੁੱਕ ਆਫ ਰੈਵਲੇਸ਼ਨ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਦੀ ਜਿਹੜੀ ਬਾਈਬਲ ਸਟੱਡੀ ਤੋਂ ਬਾਅਦ ਹੁਣ ਜੇ ਵਿਸ਼ਵਾਸੀਆਂ ਦੀ, ਬਲੀਵਰਸ ਦੀ ਜੋ ਜੱਜਮੈਂਟ, ਜੋ ਆਪਣੇ ਅਦਾਲਤ, ਹਾਂਜੀ, ਉਸ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਹੈਗੇ ਹਾਂ। ਤੇ ਵਿਸ਼ਵਾਸੀਆਂ ਦੀ ਵੀ ਆਪਣੇ ਅਦਾਲਤ ਹੋਣੀ ਆ, ਲੱਗਣੀ ਹੈਗੀ ਆ ਯਿਸੂ ਮਸੀਹ ਦੇ ਤਖਤ ਦੇ ਸਾਹਮਣੇ, ਹੈ ਨਾ, ਬਹੁਤ ਅੱਛਾ, ਜੱਜਮੈਂਟ ਸੀਟ ਆਫ ਕ੍ਰਾਈਸਟ ਦੇ ਸਾਹਮਣੇ, ਹਾਂਜੀ, ਦੇ ਸਾਹਮਣੇ ਹਰ ਇੱਕ ਨੇ ਪੇਸ਼, ਬੀਮਾ ਦੇ ਸਾਹਮਣੇ ਪੇਸ਼ ਹੋਣਾ। ਔਰ ਆਪਾਂ ਬੜੇ ਵਿਸਥਾਰ ਦੇ ਵਿੱਚ ਪਿੱਛੇ ਸਟੱਡੀਆਂ ਕਰ ਚੁੱਕੇ ਹੈਗੇ ਆ। ਸਾਡੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਕਹਾਂਗੇ ਤੁਸੀਂ ਪੁਰਾਣੀਆਂ ਸਟੱਡੀਆਂ ਦੇਖੋ ਔਰ ਤੁਹਾਨੂੰ ਇਕੱਲੀ ਚੀਜ਼ ਕਿਸ ਤਰੀਕੇ ਦੇ ਨਾਲ ਜੱਜਮੈਂਟ ਹੋਣੀ ਆ, ਕੀ ਹੋਣਾ, ਕਿਹਨਾਂ ਕੰਮਾਂ ਦੀ ਕੀ ਹੋਣਾ। ਤੇ ਆਪਾਂ ਜੀ ਹਲੇ ਇਹ ਆਪਣਾ ਸਿਲਸਿਲਾ ਚੱਲ ਰਿਹਾ ਜੱਜਮੈਂਟ ਦਾ, ਵਿਸ਼ਵਾਸੀਆਂ ਦੀ ਜੱਜਮੈਂਟ ਦਾ, ਅਦਾਲਤ ਦਾ ਚੱਲ ਰਿਹਾ। ਬਾਕੀ ਦੀ ਸਟੱਡੀ ਜਦੋਂ ਰੈਪਚਰ ਹੋਣਾ, ਹਾਂਜੀ ਬਿਲਕੁਲ ਜੀ ਬਿਲਕੁਲ, ਉਹ ਰੈਪਚਰ ਹੋਣਾ। ਰੈਪਚਰ ਅੱਜ ਵੀ ਹੋ ਸਕਦਾ ਹੈ, ਕਿਸੇ ਟਾਈਮ ਵੀ ਹੋ ਸਕਦਾ। ਯਿਸੂ ਦੀ ਦੁਲਹਨ ਨੂੰ ਹਰ ਸਮੇਂ ਲਾੜੇ ਦੇ ਲਈ ਤਿਆਰ ਰਹਿਣਾ ਜ਼ਰੂਰੀ ਹੈ। ਜਿਹੜਾ ਯਿਸੂ ਮਸੀਹ ਨੇ ਕਿਹਾ ਮੈਂ ਚੋਰਾਂ ਦੀ ਤਰ੍ਹਾਂ ਆਉਣਾ, ਉਹ ਆਹ ਹੀ ਆਉਣਾ ਹੈ। ਜਿਹੜਾ ਬੱਦਲਾਂ ਤੱਕ ਆਉਣਾ, ਚਰਚ ਨੇ ਚੱਕਿਆ ਜਾਣਾ ਦੁਲਹਨ। ਤੇ ਇੱਦਾਂ ਨਾ ਹੋਵੇ ਪਿੱਛੇ ਰਹਿ ਜਾਈਏ ਅਸੀਂ। ਉਹ ਜਿਹੜੀਆਂ ਕੁਵਾਰੀਆਂ ਜਿਨ੍ਹਾਂ ਦੀ ਕੁੱਪੀਆਂ ਦੇ ਵਿੱਚ ਤੇਲ ਨਹੀਂ ਸੀਗਾ, ਅੱਧੀਆਂ ਚਲੀਆਂ ਗਈਆਂ, ਅੱਧੀਆਂ ਪਿੱਛੇ ਰਹਿ ਗਈਆਂ, ਕਿਤੇ ਇਸ ਤਰ੍ਹਾਂ ਨਾ ਹੋਵੇ। ਕੁੱਪੀਆਂ 'ਚ ਤੇਲ ਪਾ ਕੇ ਰੱਖੋ, ਪਵਿੱਤਰ ਆਤਮਾ ਦੇ ਨਾਲ ਭਰ ਕੇ ਮਤਲਬ ਰਹੋ, ਪਰਮੇਸ਼ਰ ਦੇ ਨਾਲ ਜੁੜ ਕੇ ਉਸਦੀ ਤਾਂਘ ਦੇ ਵਿੱਚ, ਉਸਦੀ ਇੰਤਜ਼ਾਰ ਦੇ ਵਿੱਚ ਤਿਆਰ ਹੋ ਕੇ ਰਹੋ। ਹਾਂਜੀ, ਬੜਾ ਸੋਹਣਾ ਤੁਸੀਂ ਬਿਆਨ ਕੀਤਾ ਤੇ ਜਿੱਥੇ ਵਚਨ ਨੀਚੇ ਵੀ ਤੁਸੀਂ ਬੜਾ ਅੱਛਾ ਦੱਸ ਰਹੇ ਹੋ ਚੋਰ ਵਾਲੀ ਗੱਲ। ਲੇਕਿਨ ਜਦੋਂ ਚੋਰ ਵਾਲੀ ਗੱਲ ਆਏਗਾ ਤਕਰੀਬਨ 7 ਸਾਲਾਂ ਬਾਅਦ ਉਹ ਲਿਖਿਆ ਹੈ ਕਿ ਹਰ ਕੱਖ ਨੂੰ ਵੇਖੇਗੀ। ਉਹ ਦੱਸ ਦਿਓ ਕਿ ਉਹਦੀ ਬਿਲਕੁਲ ਹਾਂਜੀ, ਉਹ ਕਿਉਂਕਿ 2 ਵਾਰੀ ਹੈਗਾ ਹੋਣਾ ਨਾ, ਇੱਕ ਵਾਰੀ ਤਾਂ ਚੋਰ ਵਾਰੀ ਹੋ ਗਿਆ, ਕਈ ਵਾਰੀ ਕਹਿੰਦੇ ਉਹ ਹਰ ਇੱਕ ਦੇਖੋ ਪਰਸਨਲ ਅਪੀਅਰੈਂਸ ਉਹ ਹਾਂਜੀ, ਪਹਿਲਾਂ ਚੋਰ ਵਾਂਗੂ ਹੋਣਾ, ਉਹ ਬੱਦਲਾਂ ਤੱਕ ਹੀ ਹੋਣਾ ਹੈ। ਉਹ ਉੱਥੇ ਧਰਤੀ ਤੇ ਯਿਸੂ ਮਸੀਹ ਨੇ ਲੈਂਡ ਨਹੀਂ ਕਰਨਾ, ਆਪਣਾ ਪੈਰ ਨਹੀਂ ਰੱਖਣਾ ਧਰਤੀ ਤੇ, ਸਿਰਫ ਚਰਚ ਨੂੰ ਚੱਕਰ ਆਉਣਾ। ਉਸ ਤੋਂ ਬਾਅਦ ਮੁਸੀਬਤਾਂ, ਮਹਾ ਮੁਸੀਬਤਾਂ, ਬੜਾ ਸ਼ੈਤਾਨ ਦੇ ਕੰਮ ਬੜੇ ਮਤਲਬ ਚੱਲਣਾ ਹੈਗਾ ਆ। ਔਰ ਪਰਮੇਸ਼ਰ ਦਾ ਵੀ ਬੜਾ ਕਰੋਪ ਮਤਲਬ ਆਉਣਾ, ਇਜ਼ਰਾਈਲ ਦੇ ਉੱਪਰ ਬੜੀਆਂ ਮੁਸੀਬਤਾਂ ਆਉਣੀਆਂ ਆ। ਤੇ ਉਸ ਤੋਂ ਬਾਅਦ ਫਿਰ ਯਿਸੂ ਮਸੀਹ ਨੇ ਆਉਣਾ ਹੈਗਾ ਮਾਊਂਟ ਆਫ ਔਲਿਵ ਤੇ, ਹੈ ਨਾ, ਉਹ ਸਾਰੇ ਵੇਖਣਗੇ, ਉਹ ਸਾਰੇ ਦੇਖੂਗੇ। ਹਾਂ, ਬਹੁਤ ਅੱਛਾ ਜੀ ਸਰ। ਦੇਖੂਗੇ, ਹਾਂਜੀ। ਅੱਜ ਕੀ ਕਰਨਾ ਸਰ? ਹਾਂਜੀ, ਆਪਾਂ ਕਰ ਰਹੇ ਹੈਗੇ ਆ ਕਿਹੜੀ ਗੱਲਾਂ? ਹਾਂਜੀ, ਆਪਾਂ ਜਿੱਦਾਂ ਵਿਸ਼ਵਾਸੀਆਂ ਦੀ, ਬਲੀਵਰਾਂ ਦੀ ਜਿਹੜੀ ਜੱਜਮੈਂਟ ਹੈਗੀ ਆ, ਅਦਾਲਤ ਹੈ ਨਾ ਜੀ, ਤੇ ਉਹਦੇ ਬਾਰੇ ਤੇ ਕਰ ਰਹੇ ਹੈਗੇ ਆ। ਆਪਾਂ ਹੁਣ ਕਿਹੜੀਆਂ ਗੱਲਾਂ ਦੀ ਹਾਲੇ ਦੇਖ ਰੱਖਣੀ ਹੈਗੀ ਆ ਕਿ ਜਿਹੜੀ ਹੁਣ ਡਾਕਟਰਿਨ ਦੀ ਅੱਗੇ ਪਿੱਛੇ ਹੋ ਜਾਂਦੀ ਹੈ ਇਸ ਚੀਜ਼ ਦੀ, ਕਿਉਂਕਿ ਹਰ ਚੀਜ਼ ਬੋਲੀ ਗਈ ਉਸ ਦਾ ਵੀ ਇਹ ਮੈਂ ਜੱਜਮੈਂਟ ਹੋਣੀ ਹੈਗੀ ਆ। ਕਹਿੰਦਾ ਹਰ ਗੁਪਤ ਦੇ ਵਿੱਚ ਵੀ ਗੱਲਾਂ ਬੋਲੀਆਂ ਗਈਆਂ ਸਾਹਮਣੇ ਆ ਜਾਂਦੀਆਂ। ਹਾਂਜੀ, ਸੋ ਲਾਸਟ ਜੈ ਮਸੀਹ ਦੀ ਸਾਰਿਆਂ ਨੂੰ, ਲਾਸਟ ਸਟੱਡੀ ਦੇ ਵਿੱਚ ਅਸੀਂ ਵੇਖਿਆ ਕਿ ਪਹਿਲਾ ਕਰੰਥੀਆਂ 3 ਦੀ 10 ਤੋਂ 15 ਸੀ ਨਾ, ਕਿ 6 ਕੰਮ ਜਿਹੜੇ ਨੇ ਉਹ ਬਲੀਵਰਸ ਦੇ ਦੱਸੇ ਗਏ ਨੇ ਕਿ ਜਦੋਂ ਯਿਸੂ 'ਚ ਆ ਜਾਂਦੇ ਨੇ, ਕਿਉਂਕਿ ਨੀ ਫਾਊਂਡੇਸ਼ਨ ਯਿਸੂ ਹੈ, ਉਹਦੇ ਬਾਅਦ ਉਹ ਜਦੋਂ ਜ਼ਿੰਦਗੀ ਗੁਜ਼ਾਰਦੇ ਨੇ, ਬਤੀਤ ਕਰਦੇ ਨੇ, ਤੇ ਉਹ ਕਿਹੜੇ ਉਹਨਾਂ ਦੇ ਕੰਮ ਨੇ ਜਿਹੜੇ ਸੋਨਾ, ਚਾਂਦੀ, ਕੀਮਤੀ ਪੱਥਰ, ਬਮੂਲੇ ਪੱਥਰ ਜਾਂ ਲੱਕੜੀ, ਘਾਸ ਫੂਸ, ਤੇ ਉਹ ਅਸੀਂ ਇਨ ਡਿਟੇਲ ਦੇਖ ਲਏ। ਹੁਣ ਤੁਸੀਂ ਕਹਿ ਰਹੇ ਹੋ ਕਿਹੜੀਆਂ ਗੱਲਾਂ ਦੀ? ਬਹੁਤ ਅੱਛਾ ਕਿ ਦੇਖੋ ਯਿਸੂ ਜਦੋਂ ਆ ਜਾਂਦੇ ਆ, ਪ੍ਰਭੂ ਯਿਸੂ ਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰ ਲੈਂਦੇ ਆ, ਤੇ ਉਹਦੇ ਬਾਅਦ ਇਹ ਨਹੀਂ ਕਿ ਬਈ ਹੁਣ ਠੀਕ ਹੈ ਸਵਰਗਾਂ ਦੇ ਤੇ ਪਹੁੰਚ ਜਾਣਗੇ, ਠੀਕ ਹੈ, ਆਕਾਸ਼ ਸਵਰਗ। ਅਸਲ ਵਿੱਚ ਫਿਰ ਵੀ ਜਿਹੜੀ ਜ਼ਿੰਦਗੀ ਅਸੀਂ ਗੁਜ਼ਾਰਨੇ ਆ ਉਹਦੇ ਵਿੱਚ ਕੀ ਕਰਨੇ ਆ, ਇਸ ਲਈ ਬਹੁਤ ਸਾਰੀਆਂ ਡਿਨੋਮੀਨੇਸ਼ਨਸ ਬਣ ਗਈਆਂ। ਸੋ ਗੱਲ ਇਹ ਹੈ ਕਿ ਆਪਾਂ ਉਤਪੁੱਤ ਜਾਂ ਜੈਨਸਿਸ
ਤੋਂ ਪ੍ਰਕਾਸ਼ ਦੀ ਪੋਥੀ ਜਾਂ ਰੈਵੋਲੇਸ਼ਨ ਦੇ ਸਕੰਜੇ ਦੇ ਵਿੱਚ ਹੀ ਚੱਲਣਾ ਹੈ। ਜੋ ਇਹਦੇ ਤੇ ਲਿਖਿਆ ਹੈ ਪਵਿੱਤਰ ਆਤਮਾ ਦੀ ਅਗਵਾਈ ਜਾਂ ਗਾਈਡੈਂਸ ਦੇ ਨਾਲ ਉਂਝ ਜ਼ਿੰਦਗੀ ਬਸਰ ਕਰਨੀ। ਸੋ ਹੋਏਗਾ ਇਹ ਕਿ ਕਿਹੜੀਆਂ ਗੱਲਾਂ ਉਹਦੇ ਵਿੱਚ ਨਿਆਂ ਜਾਂ ਜੱਜਮੈਂਟ ਜਾਂ ਉਹਨੂੰ ਕਹਿ ਲਓ ਅਦਾਲਤ ਵਿੱਚ ਪੁੱਛੀਆਂ ਜਾਣਗੀਆਂ, ਬਲੀਵਰਸ ਨੂੰ ਦੇਖੀਆਂ ਜਾਣਗੀਆਂ। ਨੰਬਰ 1 ਡਾਕਟਰਿਨ। ਕ੍ਰਿਸਚੀਅਨ ਤੇ ਸਾਰੇ ਕਹਿਲਾਉਂਦੇ ਨੇ। ਡਾਕਟਰਿਨ ਕੀ ਹੈ? ਦੇਖੋ ਸੰਤ ਯਹੋਨਾ ਉਹਦੀ 14 ਦੀ 48 ਵਰਸ ਤੁਸੀਂ ਪਲੀਜ਼ ਪੜ੍ਹ ਦਿਓ। ਇਹ ਬਹੁਤ ਵਾਰਨਿੰਗ ਵਾਲੀ ਗੱਲ ਹੈ ਨਾ, ਕਿ ਅਸੀਂ ਆਇਆ ਇਸ ਕਲਾਮ ਦੀਆਂ ਸਾਰੀਆਂ ਗੱਲਾਂ ਮੰਨੇ ਆ ਜਾਂ ਕੁਝ ਮੰਨੇ ਆ ਕੁਝ ਛੱਡਦੇ ਨੇ। ਇਹਨੂੰ ਕਹਿੰਦੇ ਡਾਕਟਰਿਨ, ਯਾਨੀ ਥਿਓਲੋਜੀ, ਖੁਦਾ ਦੀ ਮੁਤਲਕ ਪਿਤਾ ਪੁੱਤਰ ਪਵਿੱਤਰ ਆਤਮਾ ਦੀਆਂ ਜਿਹੜੀਆਂ ਇਹ ਗੱਲਾਂ। ਹੁਣ ਅਸਲ ਵਿੱਚ ਇਹ ਜਿਹੜੀ ਵਚਨ ਹੈ ਇਹ ਯਿਸੂ ਦੀਆਂ ਗੱਲਾਂ ਨੇ, ਹੈ ਸਾਰੀਆਂ 66 ਕਿਤਾਬਾਂ ਕਹਿ ਲਓ। ਬਿਲਕੁਲ ਇਹ ਵਰਸ ਤੋਂ ਸ਼ੁਰੂ ਕਰਦੇ ਹਾਂ। ਹਾਂਜੀ, ਕਿਹੜੇ ਇੱਕ ਵਾਰ ਫਿਰ ਦੱਸਿਓ ਜੀ। ਸੰਤ ਯਹੋਨਾ, ਜੌਨ ਗਾਸਪਲ ਚੈਪਟਰ 12 ਓਕੇ, ਠੀਕ ਹੈ, ਵਰਸ 48। ਹਾਂ ਠੀਕ ਹੈ। ਸੰਤ ਯਹੋਨਾ ਉਹਦੀ 12 ਦੀ 48। ਠੀਕ ਹੈ। ਇਹ ਜੇ ਗੱਲ ਕਰ ਰਹੇ ਹਾਂ ਡਾਕਟਰਿਨ ਕੀ ਹੈ, ਕਿ ਉਹ ਕਲਾਮ ਦੇ ਮੁਤਾਬਿਕ ਸਾਡੀ ਹੋਣੀ ਚਾਹੀਦੀ ਹੈ। ਤਾਲੀਮ, ਹਾਂ, ਸਿੱਖਿਆ Yeah. ਉਹਦੇ ਮੁਤਾਬਿਕ ਗੁਜ਼ਾਰਨੀ। ਹਾਂਜੀ, ਇਹ ਨਹੀਂ ਜੀ ਭਈ ਕੁਝ ਗੱਲਾਂ ਮੰਨ ਗਈਆਂ ਕੁਝ ਛੱਡ ਦਿੱਤੀਆਂ। ਲੋਕ ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਯਹੋਨਾ ਦੀ ਇੰਜੀਲ 12 ਦਾ 48 ਉਸ ਵਿੱਚ ਇਸ ਤਰ੍ਹਾਂ ਲਿਖਿਆ ਹੈਗਾ, ਜਿਹੜਾ ਮੈਨੂੰ ਰੱਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ ਉਹਨੂੰ ਇੱਕ ਦੋਸ਼ੀ ਠਹਿਰਾਉਂਦਾ ਹੈ। ਉਹਨੂੰ ਇੱਕ ਦੋਸ਼ੀ ਠਹਿਰਾਉਂਦਾ ਹੈ। ਉਹਨੂੰ ਇੱਕ ਦੋਸ਼ੀ ਠਹਿਰਾਉਣ ਵਾਲਾ ਹੈ। ਹਾਂਜੀ ਹਾਂਜੀ, ਕੌਣ ਹੈ ਜੀ? ਜਿਹੜਾ ਵਚਨ ਹੈ ਉਹਨੂੰ ਵਚਨ ਦੋਸ਼ੀ ਠਹਿਰਾਉਂਦਾ ਹੈ। ਜਿਹੜਾ ਵਚਨ ਹੈ ਕਿਹਾ ਉਹ ਹੀ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਏਗਾ। ਵਚਨ ਉਹਨੂੰ ਦੋਸ਼ੀ ਠਹਿਰਾਏਗਾ। ਹਾਂ, ਚਾਹੇ ਉਹ ਬਲੀਵਰਸ ਨੇ ਤੇ ਚਾਹੇ ਉਹ ਸਿਨਰਸ ਜਦੋਂ ਚਿੱਟੇ ਤਖਤ ਵਾਈਟ ਥਰੋਨ ਦੀ ਅਦਾਲਤ ਵਿੱਚ ਹੋਣੀ ਹੈ। ਇਹ ਵਚਨ ਜਿਹੜਾ ਹੈ ਇਹ ਪਹਿਲਾ ਗਵਾਹ ਪੇਸ਼ ਹੋਣਾ ਹੈ। ਜਦੋਂ ਅਦਾਲਤ ਹੁੰਦੀ ਹੈ ਨਾ ਬਦ ਜੀ, ਤੇ ਗਵਾਹ ਤੇ ਪੇਸ਼ ਹੁੰਦੇ ਨੇ, ਤੇ ਪਹਿਲਾ ਗਵਾਹ ਜਿਹੜਾ ਹੈ ਉਹ ਪ੍ਰਭੂ ਦਾ ਵਚਨ ਹੈ। ਉਹ ਨਖੇੜਾ ਕਰ ਦੇਗਾ ਯਿਸੂ ਤੇ ਕਬੂਲ ਕਰ ਲਿਆ, ਲੇਕਿਨ ਅੱਗੇ ਬਾਕੀ ਉਹਦੀ ਸਿੱਖਿਆ। ਦੇਖੋ ਜੀ ਯਹੋਨਾ, ਸੰਤ ਯਹੋਨਾ ਉਹਦੀ 28 ਦੀ ਮਤੀ 28 ਦੀ 20 ਆਇਤ ਵਿੱਚ ਲਿਖਿਆ ਹੈ। 19 ਆਇਤ ਵਿੱਚ ਲਿਖਿਆ ਨਾ, ਜਾਓ ਲੋਕਾਂ ਨੂੰ ਚੇਲੇ ਬਣਾਓ ਤੇ ਉਹਨਾਂ ਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਵਾਂ ਤੋਂ ਨਹੀਂ, ਨਾਂ ਤੋਂ ਬਪਤਿਸਮਾ ਕਰੋ। ਤੇ 20 ਆਇਤ ਵਿੱਚ ਲਿਖਿਆ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ। ਕਿਹੜੀਆਂ ਗੱਲਾਂ ਹੈ? ਵਚਨ ਹੈ। ਉਹਨਾਂ ਸਾਰਿਆਂ ਦੀ ਤਾਲੀਮ ਦਿਓ, ਇਹ ਨਹੀਂ ਜੇ ਵਿੱਚ ਛੱਡ ਦਿਓ। ਸੋ ਇਹ ਇੱਕ ਇਹਦਾ ਵੀ ਨਾ ਬਲੀਵਰਸ ਦਾ ਵੀ ਇਹ ਗੱਲ ਪੁੱਛੀ ਜਾਣੀ ਹੈ। ਤੇ ਉਹਦੇ ਬਹੁਤ ਸਾਰੇ ਇਹਦੇ ਵਾਲੇ ਨੇ, ਕਿਉਂਕਿ ਇਹਦੇ ਵਿੱਚ ਇੱਕ ਪ੍ਰੋਬਲਮ ਆਉਂਦੀ ਹੈ ਜਿਹੜੀ ਖੁਦਾਵੰਦ ਯਿਸੂ ਮਸੀਹ ਨੇ ਦੱਸੀ ਹੈ। ਇਟਸ ਸੈਲਫ ਇਹ ਬੜੇ ਵੱਡੇ ਮਜ਼ਮੂਨ ਨੇ, ਲੇਕਿਨ ਇਸ ਲਈ ਕਿ ਬਾਈਬਲ ਦੇ ਵਿੱਚ ਪਾਲੂਸ ਰਸੂਲ ਵੀ ਤਿਮੋਥੀਅਸ ਨੂੰ ਔਰ ਜਗ੍ਹਾ ਕਹਿੰਦਾ ਫਿਰ ਰਿਹਾ ਹੈ, ਉਹ ਭਾਈ ਆਪਣੀ ਤੇ ਆਪਣੀ ਸਿੱਖਿਆ ਦੀ ਖਬਰਗੀਰੀ ਕਰੋ। ਇੱਕ ਆ ਜਾਂਦੀ ਹੈ ਬਿਦਤ, ਹੈਰਸੀਜ਼, ਉਹ ਕਿੰਨਾ ਚਾਣੀ ਹੈ ਬਈ, ਉਹ ਬਲੀਵਰਸ ਵਿੱਚ ਹੀ ਆਣੀ ਹੈ। ਸੋ ਉਹ ਤੁਸੀਂ ਲਿਖ ਲਓ, ਦੂਸਰਾ ਤਿਮੋਥੀਅਸ 2 ਦੀ 2 ਟਿਮੋਥੀ ਚੈਪਟਰ 3 14 ਤੋਂ 17 ਹਾਂਜੀ, ਤੇ 2 ਟਿਮੋਥੀ 4 ਦੀ 2 ਤੋਂ 5 ਬੜੀ ਇਹਨੇ ਨਸੀਹਤ ਦਿੱਤੀ ਹੈ। ਠੀਕ ਹੈ। ਸੋ ਉਹਦੇ ਬਾਅਦ ਮੱਤੀ, ਖੁਦਾਵੰਦ ਯਿਸੂ ਮਸੀਹ ਨੇ ਵੀ ਮੈਥਿਊ 13 ਦੀ 19 ਵਿੱਚ ਵੀ ਕਿਹਾ, ਕਿਉਂਕਿ ਸ਼ੈਤਾਨ ਅਸਲੀ ਟੀਚਿੰਗ ਨੂੰ ਚੁਰਾਉਂਦਾ ਹੈ ਤੇ ਉਹਦੇ ਅਗੇਂਸਟ ਟੀਚਿੰਗਸ ਦਿੰਦਾ ਹੈ। ਠੀਕ ਹੈ। ਫਿਰ ਉਹਦੇ ਬਾਅਦ ਤੁਸੀਂ ਅਫੀਜ਼ੀਅਨ ਚੈਪਟਰ 4 ਵਰਸ 18 ਕਰ ਲਓ। ਸੋ ਇਹ ਪਹਿਲਾ ਤਿਮੋਥੀਅਸ 4 ਦੀ 1 ਵੀ ਲਿਖ ਲਓ। ਤੇ ਇਹ ਸ਼ੈਤਾਨ ਬਲੀਵਰਸ ਨੂੰ ਝੂਠੀ ਤਾਲੀਮ ਵੀ ਦੇ ਦਿੰਦਾ ਹੈ। ਦੇਖੋ ਜੀ, ਸ਼ੈਤਾਨ ਨੂੰ ਗਿਆ ਹੈ ਚੋਰ ਕਿਹਾ ਗਿਆ ਹੈ,
ਹਾਂ ਚੋਰ ਦਾ ਕੰਮ ਹੈ, ਮੈਂ ਅੱਗੇ ਵੀ ਕਹਿਣਾ, ਚੋਰ ਦਾ ਕੰਮ ਹੁੰਦਾ ਚੋਰੀ ਕਰਨਾ। ਵਾਹ ਚੋਰੀ, ਜਿਹਨੂੰ ਚੋਰ ਆ ਗਿਆ ਉਹਨੇ ਘਰ ਵਿੱਚ ਚੋਰੀ ਤਾਂ ਕਰਨਾ ਨਹੀਂ ਹੈਗਾ, ਕੀਮਤੀ ਚੀਜ਼ ਹੀ ਚੋਰੀ, ਹਾਲੇਲੂਇਆ। ਉਹ ਕੀਮਤੀ ਚੀਜ਼ ਨੂੰ ਹੀ ਹੱਥ ਪਾਉਂਦਾ ਹੈ ਚੋਰ ਦਾ। ਜ਼ਬੂਰ 34 ਚ ਲਿਖਿਆ ਹੈ, ਹਾਂਜੀ ਉਹ ਸ਼ਿਕਾਰੀ ਹੈ, ਹਾਂਜੀ ਹੰਟਰ ਹੈ, ਹਾਂ, ਉਹ ਕੋਈ ਕੁੱਤਾ ਬਿੱਲਾ ਨਹੀਂ, ਉਹ ਕੀਮਤੀ ਚੀਜ਼ਾਂ ਦਾ ਸ਼ਿਕਾਰ ਬਹੁਤ। ਕਿਉਂਕਿ ਉਹਦਾ ਜਿਹੜਾ ਚੁਰਾਉਣ ਦਾ ਮਤਲਬ ਉਹਦਾ ਹੈਗਾ ਮਾਰਨਾ ਤੇ ਨਾਸ਼ ਕਰਨਾ। ਯੋਨਾ 10:10 ਹਾਂਜੀ, ਤੇ ਉਹੋ ਜੀ ਚੀਜ਼ ਚੁਰਾਉਂਦਾ ਆ ਜਿਹਦੇ ਨਾਲ ਸਾਨੂੰ ਮਾਰਨਾ ਚਾਹੁੰਦਾ, ਸਾਨੂੰ ਨਾਸ਼ ਕਰਨਾ ਚਾਹੁੰਦਾ। ਜਾਂ ਉਹ ਹੈ ਤਾਲੀਮ ਵਚਨ ਜੀ, ਤਾਲੀਮ ਤੋਂ ਚਲੋ ਬੜੀ ਸੋਹਣੀ ਗੱਲ ਹੈ। ਤੁਸੀਂ ਪੜ੍ਹਦੇ ਹੋ ਨਾ ਮੱਤੀ 13:19 ਕਿ ਖੁਦਾਵੰਦ ਯਿਸੂ ਮਸੀਹ ਨੇ, ਚਲੋ ਖੁਦਾਵੰਦ ਯਿਸੂ ਮਸੀਹ ਦਾ ਬਿਆਨ ਪੜ੍ਹ ਦਿਓ ਜੇ ਟਾਈਮ ਨੂੰ ਜਾਣਾ, ਬਾਕੀ ਵਰਸਸ ਵੀ ਜ਼ਰੂਰ ਤੁਸੀਂ ਦੇਖ ਲੈਣਾ, ਜਿਹੜੀ ਤੁਹਾਡੀ 2 ਵਰਸਸ ਇਹਨਾਂ ਚੋਂ ਚੁਣ ਕੇ ਪੜ੍ਹ ਦਿਓ। ਹਾਂ, ਮੱਤੀ 13 ਦੀ ਨਹੀਂ ਤੁਸੀਂ ਕਹਿੰਦੇ ਜੀ? ਹਾਂ 19 ਦੀ ਯਿਸੂ ਨੇ ਕੀ ਕਿਹਾ ਸੀ? 13 ਦੀ ਨਹੀਂ, 19 13। 13:19 ਠੀਕ ਹੈ ਜੀ। ਮੈਥਿਊ ਚੈਪਟਰ 13 ਹਾਂ ਵਰਸ 19। ਹਾਂਜੀ, ਉਹਦੇ ਵਿੱਚ ਲਿਖਿਆ ਹਰ ਮੱਤੀ 13:19, ਹਰ ਕੋਈ ਜੋ ਰਾਜ ਦਾ ਵਚਨ ਸੁਣਦਾ ਹੈ ਪਰ ਨਹੀਂ ਸਮਝਦਾ, ਸੋ ਉਸਦੇ ਮਨ ਵਿੱਚੋਂ ਜੋ ਕੁਝ ਬੀਜਿਆ ਹੁੰਦਾ ਹੈ ਦੁਸ਼ਮਣ ਆਣ ਕੇ ਉਸ ਨੂੰ ਖੋਹ ਲੈਂਦਾ ਹੈ। ਇਹ ਉਹਨੂੰ ਜਿਹੜਾ ਪਹੇ ਵਿੱਚ ਬੀਜਿਆ ਗਿਆ ਸੀ। ਹਾਂ ਹਾਂ, ਜਿਹੜਾ ਸਾਡੇ ਮਤਲਬ ਹੈ ਕਿ ਬੀਜਿਆ ਜਾਂਦਾ ਹੈ ਰੂਹ ਦੇ ਵਿੱਚ, ਠੀਕ ਹੈ, ਉਹਨੂੰ ਸ਼ੈਤਾਨ ਆਂਦਾ ਹੈ। ਇਹ ਤੇ ਚੋਰ ਕੌਣ ਹੈ? ਦੁਸ਼ਮਣ ਸ਼ੈਤਾਨ ਹੈ। ਉਹ ਆਂਦਾ ਹੈ, ਉਹਨੂੰ ਚੁਰਾ ਲੈਂਦਾ ਹੈ। ਇਸ ਲਈ ਜਦੋਂ ਵੀ ਪ੍ਰਭੂ ਦਾ ਬਚਨ ਪੜ੍ਹੋ, ਉਹਦੇ ਤੇ ਧਿਆਨ ਗਿਆਨ ਕਰੋ ਤੇ ਯਿਸੂ ਦੇ ਲਹੂ 'ਚ ਕਵਰ ਕਰੋ ਤਾਂ ਕਿ ਉਹ ਚੁਰਾ ਨਾ ਸਕੇ। ਠੀਕ ਹੈ, ਸੋ ਇਹ ਇੱਕ ਚੁਰਾਂਦਾ ਹੈ। ਇਹਦਾ ਮਤਲਬ ਹੈ ਕਿ ਸ਼ੈਤਾਨ ਕੋਲ ਵੀ ਇੱਕ ਗਲਤ ਡਾਕਟਰਿਨ ਹੈ, ਜਿਹੜੇ ਤਾਲੀਮ ਨੇ, ਜਿਹਦੇ ਨਾਲ ਬਹੁਤ ਸਾਰੀਆਂ ਮਿਸ਼ਨਾਂ ਬਣੀਆਂ ਗਈਆਂ ਨੇ, ਡਿਨੋਮੀਨੇਸ਼ਨਸ ਨੇ, ਜਿਹੜੀਆਂ ਸਹੀ ਤਾਲੀਮ ਤੇ ਨਹੀਂ। ਬਿਲਕੁਲ, ਜਿੱਦਾਂ ਆਪਣੇ ਬਹੁਤ ਵੱਡਾ ਸ਼ਿਪ ਜਾਂਦਾ, ਉਹਦੇ ਪਿੱਛੇ ਜਿਹੜਾ ਲੱਗਾ ਹੁੰਦਾ ਪੱਖਾ ਜਾਂ ਜਿਹੜੀ ਇੰਜਨ ਹੁੰਦਾ, ਪ੍ਰੋਪੈਲਰ ਹੁੰਦਾ ਹੈ ਨਾ, ਉਹਨੂੰ ਸਿੱਧਾ ਜਾਂਦਾ, ਮਾੜੀ ਜੀ ਦੀ ਡਾਇਰੈਕਸ਼ਨ ਮਾੜੀ ਜੀ ਹੀ ਚੇਂਜ ਕਰ ਦੋ, ਕਿਸੇ ਹੋਰ ਪਾਸੇ ਨਿਕਲ ਜਾਂਦਾ। ਕਿਆ ਬਾਤ। ਸੋ ਬੜਾ ਹੁਸ਼ਿਆਰ ਰਹਿਣਾ ਹੈ। ਕੋਈ ਤਮੋਥੀਅਸ ਦਾ ਤੁਸੀਂ ਪੜ੍ਹਦੇ ਹੋ, ਪਾਲੂਸ ਰਸੂਲ ਦਾ, ਦੂਸਰਾ ਤਮੋਥੀਅਸ 3 ਦੀ ਕੀ ਸੀ, ਦੂਜਾ ਤਮੋਥੀਅਸ 14 ਤੋਂ 17 ਉਹ ਪੜ੍ਹ ਦਿਓ। ਮਤਲਬ ਇਹ ਸਾਰੇ ਪੜ੍ਹਨੇ ਵਾਲੀਆਂ ਨੇ। ਸੋ ਪਹਿਲੀ ਚੀਜ਼ ਇਹ ਵੀ ਦੇਖੀ ਜਾਏਗੀ ਕਿ ਇਹਨੇ ਮੈਨੂੰ ਮੁਕਤੀ ਦਾਤਾ ਤੇ ਗ੍ਰਹਿਣ ਕਰ ਲਿਆ, ਪਰ ਕਈ ਗੱਲਾਂ ਜਿਹੜੀਆਂ ਨੇ ਉਹਦੇ ਮੁਤਾਬਿਕ ਇਹ ਚੱਲ ਨਹੀਂ ਰਿਹਾ ਸੀ। ਇਹਦਾ ਤਾਲੁਕ ਰਿਵਾਰਡ ਨਾਲ ਆ ਜਾਣਾ। ਬਿਲਕੁਲ ਜੀ। ਹਾਲੇਲੂਇਆ। ਦੂਜਾ ਤਿਮੋਥੀ ਤੇ 3:14 ਤੋਂ 17 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਪਰ ਤੂੰ ਇਹਨਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖੀਆਂ, ਹਾਂਜੀ, ਅਤੇ ਵਚਨ ਸਿੱਖਿਆ, ਉਹਦਾ ਹੈ ਨਾ, ਸਿੱਖਿਆ ਅਤੇ ਸੰਤ ਮੰਨਿਆ ਅਤੇ ਸਤ ਮੰਨਿਆ ਟਿਕਿਆ ਰਹੋ, ਕਿਉਂ ਜੋ ਤੂੰ ਜਾਣਦਾ ਹੈ ਕਿ ਕਿੰਨਾ ਕੋਲੋਂ ਸਿੱਖਿਆ ਸਨ। ਹਾਂਜੀ ਹਾਂਜੀ, ਵੀ ਤੂੰ ਕਿੱਥੋਂ ਸਿੱਖਿਆ, ਤੂੰ ਜਾਣਦਾ ਹੈ ਤੂੰ ਕਿੰਨਾ ਕੋਲੋਂ ਸਿੱਖਿਆ ਸੀ, ਅਤੇ ਇਹ ਜੋ ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈ, ਜਿਹੜਾ ਉਹ ਉਸ ਨਿਸ਼ਚਾ ਦੇ ਰਾਹੀਂ ਜੋ ਯਿਸੂ ਮਸੀਹ ਉੱਤੇ ਹੈ ਅਤੇ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ। ਹਾਂਜੀ, ਸਾਰੀ ਲਿਖਤ ਪਰਮੇਸ਼ਰ ਦੀ ਆਤਮਾ ਤੋਂ ਹੈ। ਸਾਰੀ ਲਿਖਤ ਪਰਮੇਸ਼ਰ ਦੀ ਆਤਮਾ ਤੋਂ ਹੈ। ਵਚਨ ਪਰਮੇਸ਼ਰ ਆਤਮਾ ਦੀ ਗਾਈਡੈਂਸ ਵਿੱਚ ਲਿਖਿਆ ਗਿਆ। ਹਾਂਜੀ, ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿੜਗੜਾਉਣ ਲਈ ਜ਼ਰੂਰੀ ਹੈ। ਹਾਂਜੀ, ਤੇ ਕੀ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਹਾਂਜੀ, ਮਤਲਬ ਇਹ ਹਾਂਜੀ, ਇਹ ਬਾਕੀ ਸਾਰੀ ਆਇਤਾਂ 'ਚ ਬਣਾਈ ਹੈ। ਹਾਂ, ਅਖੀਰ ਜ਼ਮਾਨੇ ਦੇ ਵਿੱਚ ਆਹੋ ਜਿਹੇ ਲੋਕ ਆਣਗੇ ਜਿਹੜੇ ਗਲਤ ਸਿੱਖਿਆ ਦੇਣਗੇ। ਪਹਿਲਾਂ ਯੋਹਨਾ 4 ਵਿੱਚ ਵੀ ਵੇਖ ਲਓ, ਇੱਕ ਆਇਤ ਉਹਦੀ ਵੀ ਪੜ੍ਹ ਦਿਓ, 1 ਜੌਨ ਚੈਪਟਰ 4 ਵਰਸ 1 ਐਂਡ 2 ਦੇਖ ਲਓ। ਹਾਂਜੀ, ਤੇ ਫਿਰ ਇਹ ਬਹੁਤ ਜ਼ਰੂਰੀ ਹੈ, ਇਹ ਵਾਰਨਿੰਗ ਹੈ। ਬਲੀਵਰਸ ਨੂੰ ਚਾਹੀਦਾ ਹੈ ਕਿ ਸਹੀ ਟਰੈਕ ਉੱਤੇ ਰਹਿਣ। ਜੋ ਵਚਨ ਵਿੱਚ ਲਿਖਿਆ ਹੈ
ਉਹ ਉਹਦੇ ਮੁਤਾਬਿਕ ਜ਼ਿੰਦਗੀ ਹਾਂਜੀ। ਪਹਿਲਾ ਯੋਹੰਨਾ 4 ਦੀ 1 ਤੇ 2 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਹੇ ਪਿਆਰਿਓ, ਹਰੇਕ ਆਤਮਾ ਦੀ ਪ੍ਰਤੀਤ ਨਾ ਕਰ ਲਓ, ਹਾਂ ਸਗੋਂ ਆਤਮਾ ਨੂੰ ਪਰਖੋ। ਹਾਂ ਹਾਂਜੀ, ਹਰੇਕ ਆਤਮਾ ਤੇ ਮਤਲਬ ਵਿਸ਼ਵਾਸ ਨਾ ਕਰ ਲਓ, ਸਗੋਂ ਆਤਮਾ ਨੂੰ ਪਰਖੋ ਕਿ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ, ਕਿਉਂ ਜੋ ਬਹੁਤੇ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਹਨ। ਹਾਂਜੀ, ਇਸ ਤੋਂ ਤੁਸੀਂ ਪਰਮੇਸ਼ਰ ਦੀ ਆਤਮਾ ਨੂੰ ਜਾਣ ਲਓ। ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਯਿਸੂ ਮਸੀਹ ਹਾਲੇਲੂਇਆ। ਦੇਹਧਾਰੀ ਹੋ ਕੇ ਆਇਆ ਸੋ ਪਰਮੇਸ਼ਰ ਤੋਂ ਹੈ। ਹਾਂਜੀ, ਇਹਦਾ ਮਤਲਬ ਦੋ ਟੀਚਿੰਗਸ ਚੱਲ ਰਹੀਆਂ ਨੇ ਹਾਂ। ਸੋ ਬਚਣਾ ਤੇ ਬਾਕੀ ਹਾਂਜੀ ਇਹ ਤਾਂ ਹੋ ਗਿਆ ਨਾ, ਮਤਲਬ ਕਿ ਖਾਸ ਜਿਹੜਾ ਯਿਸੂ ਨੂੰ, ਪਰ ਇਹਦੇ ਵਿੱਚ ਵੀ ਹੁੰਦਿਆਂ ਹੋਇਆਂ ਵੀ ਜਿੱਦਾਂ ਬਿੱਦਤਾਂ ਆ ਜਾਂਦੀਆਂ ਹੈਗੀਆਂ, ਔਰ ਇਹਦੇ ਵਿੱਚ ਲਿਖਿਆ ਹੈਗਾ ਆ ਸ਼ੁਰੂ ਦੇ ਵਿੱਚ ਵੀ, ਮਿਡਲ ਦੇ ਵਿੱਚ ਵੀ ਤੇ ਅੰਤ ਦੇ ਵਿੱਚ ਵੀ ਲਿਖਿਆ ਹੈਗਾ, ਇਸ ਬਚਨ ਚੋਂ ਕੁਝ ਘਟਾਉਣਾ ਉਹ ਵਧਾਉਣਾ ਹਾਲੇਲੂਇਆ। ਵੀ ਨਹੀਂ ਹੈਗਾ। ਠੀਕ। ਹਾਂਜੀ, ਬੜੀ ਵਾਰਨਿੰਗ ਹੈ ਉਹਦੇ ਵਿੱਚ। व्यवस्था सार 4 ਦੀ ਹਾਂਜੀ। ਦੂਸਰੀ ਆਇਤ, ਹਾਂਜੀ, ਚਾਰ ਦੀ व्यवस्था सार 12 ਦੀ 32 ਆਇਤ 32। व्यवस्था सार ਬੋਲ ਡਿਟੋਰਨਮੀ ਡਿਟੋਨਮੀ, ਚੈਪਟਰ 4 ਵਰਸ 2, ਅਸਤਿਸ਼ਨਾ 4 ਦੀ 2, ਹਾਂ ਅਸਤਿਸ਼ਨਾ ਡਿਟੋਰਨਮੀ व्यवस्था ਸਾਰ 12 ਦੀ ਕੀ ਦੱਸਿਆ ਸੀ 32 32 ਆਇਤ। ਹਾਂਜੀ, ਪ੍ਰੋਵਰਬਸ ਇਹ ਸ਼ੁਰੂ 'ਚ ਹਾਂ ਤੇ ਸੈਂਟਰ ਵਿੱਚ ਪ੍ਰੋਵਰਬ ਪ੍ਰੋਵਰਬਸ ਕਹਾਵਤਾਂ ਇਹ ਮਿਸਾਲ 30 ਦੀ 6 ਤੇ ਰੈਵਲੇਸ਼ਨ ਚੈਪਟਰ 22 ਯਾਨੀ ਮੁਕਾਸ਼ਵਾ ਪ੍ਰਕਾਸ਼ ਦੀ ਪੋਥੀ 22 ਦੀ 18 ਤੇ 19 ਤੇ ਕੁਲਸੀਓ 4 ਦੀ 6 ਵੀ ਲਿਖ ਲਓ। ਇਹਨਾਂ ਵਿੱਚੋਂ ਕੋਈ ਦੇਖ ਲਓ, ਕਿਉਂਕਿ ਜਿਹੜਾ ਘਟਾਉਂਦਾ ਆਰਡਰ ਹੈ, ਇਸ ਲਈ ਜੋ ਲਿਖਿਆ ਭਾਈ ਜੀ ਉਸ ਤੇ ਹੀ ਚੱਲਣਾ ਹੈ। ਬਹੁਤ ਅੱਛਾ ਸਵਾਲ। ਬਿਲਕੁਲ ਜੀ। ਤੇ ਆਪਾਂ ਜੀ ਇੱਕ ਤਾਂ ਪੜ੍ਹਦੇ ਨੇ ਪ੍ਰਕਾਸ਼ ਦੀ ਪੋਥੀ ਪੜ੍ਹਦੇ ਵਿੱਚੋਂ ਪੜ੍ਹਦੇ, ਚੇਂਜ ਤੁਹਾਡੀ। ਹਾਂਜੀ, ਕਿਉਂਕਿ ਇਹ ਬੜਾ ਹਾਂਜੀ ਇਟਸ ਸਭ ਬੜੇ ਵੱਡੇ ਮਜ਼ਮੂਨ ਨੇ, ਲੇਕਿਨ ਟਾਈਮ ਵੀ ਅਸੀਂ ਦੇਖਣਾ ਹੈ। ਹਾਂਜੀ ਹਾਂਜੀ। ਤੇ ਆਪਾਂ ਜੀ ਪ੍ਰਕਾਸ਼ ਦੀ ਪੋਥੀ 22 ਦੀ 18 ਤੇ 19 ਵਿੱਚ ਜੀ ਜੀ ਪੜ੍ਹਦੇ ਨੇ ਹੈਗੇ ਆ ਜੀ। ਜੀ ਜੀ। ਪ੍ਰਕਾਸ਼ ਦੀ ਪੋਥੀ 22 ਦੀ 18 ਤੇ 19 ਮੁਕਾਸ਼ਵਾ ਮੁਕਾਸ਼ਵਾ। ਹਾਂਜੀ, ਉਸ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਮੈਂ ਹਰ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ ਸੁਣਦਾ ਅਤੇ ਸਾਖੀ ਦਿੰਦਾ ਹੈ, ਜੇ ਕੋਈ ਇਹਨਾਂ ਵਿੱਚੋਂ ਕੁਝ ਵਧਾਵੇ ਤਾਂ ਉਹ ਬਵਾ ਜਿਹੜੀ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਸ ਉੱਤੇ ਵਧਾਵੇਗਾ, ਅਤੇ ਜੇ ਕੋਈ ਇਸ ਅਗੰਮੀ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬ੍ਰਿਸ਼ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ, ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚੋਂ ਲਿਖੀਆਂ ਹੋਈਆਂ ਹਨ, ਉਸ ਪਰਮੇਸ਼ਵਰ ਉਸ ਦਾ ਹਿੱਸਾ ਘਟਾਵੇਗਾ। ਹਾਂਜੀ। ਤੇ ਹੋਰ ਜੀ ਆਪਾਂ ਕਿਹੜਾ ਪੜ੍ਹੀਏ ਜੀ, ਸੈਂਟਰ 'ਚ ਵੀ ਪੜ੍ਹ ਦਈਏ ਜਾਂ ਡਿਟੋਨਮੀ ਪੜ੍ਹ ਦਈਏ? ਜਿਸ ਤਰ੍ਹਾਂ ਵੀ ਹੈ, ਇਹ ਵਰਸਸ ਸਾਰੀਆਂ ਬੜੀਆਂ ਜ਼ਰੂਰੀ ਨੇ। ਹਾਂਜੀ ਹਾਂਜੀ। ਤੇ ਦੇਖੋ ਨਾ, ਇੱਕ ਇੱਕ ਗੱਲ ਉੱਤੇ ਕਿੰਨਾ ਟਾਈਮ ਲੱਗ ਜਾਂਦਾ। ਹਾਂ ਬਿਲਕੁਲ ਜੀ। ਨਹੀਂ ਬਹੁਤ ਅੱਛਾ। ਹਾਂਜੀ। ਤੇ ਹਾਂ ਕੁਲਸੀਆਂ ਵੀ ਹੈਗਾ ਜੀ। ਹਾਂਜੀ ਚਲੋ ਕੁਲਸੀਆਂ ਪੜ੍ਹ ਦਈਏ ਜੀ। ਠੀਕ ਹੈ। ਹਾਂਜੀ, ਕਿਉਂਕਿ ਇਹ ਨਵੇਂ ਨਿਯਮ ਦਾ ਹੈਗਾ। ਬਾਕੀ ਸਾਨੂੰ ਗੁਜ਼ਾਰਿਸ਼ ਕਰਾਂਗੇ ਸੁਣਨ ਵਾਲਿਆਂ ਨੂੰ, ਇਹ ਸਾਰੇ ਤੁਸੀਂ ਪੜ੍ਹਿਓ। ਵਿਵਸਥਾ ਸਾਰ 4 ਦੀ 2, ਵਿਵਸਥਾ ਸਾਰ 12 ਦੀ 32, ਪ੍ਰੋਵਰਬਸ ਕਹਾਵਤਾਂ 30 ਦੀ 6 ਵੀ ਪੜ੍ਹਨਾ। ਆਪਾਂ ਆਹ ਕੁਲਸੀਆਂ 4 ਦੀ 6 ਪੜ੍ਹਦੇ ਹਾਂ ਜੀ। ਜੀ। ਇਸ ਦੇ ਵਿੱਚ ਕੁਲਸੀਆਂ ਆ ਗਿਆ। ਕੁਲਸੀਆਂ 4 ਦੀ 6 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਤੁਹਾਡੀ ਗੱਲਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ। ਬੜੀ। ਹਾਂਜੀ, ਤਾਂ ਜੋ ਤੁਸੀਂ ਜਾਣੋ ਕਿ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ। ਹਾਂਜੀ ਠੀਕ ਹੈ। ਹਾਂ। ਤੇ ਇੱਕ ਆਪਾਂ ਜੀ ਆਪਾਂ ਵਿਵਸਥਾ ਸਾਰ ਵੀ ਪੜ੍ਹ ਦਈਏ ਜੀ। ਬਹੁਤ ਅੱਛਾ, ਤੁਸੀਂ ਕਾਫੀ ਇਹਦੇ ਤੇ ਜ਼ੋਰ ਪਾ ਰਹੇ ਹੋ ਤਾਂ ਕਿ ਸਾਨੂੰ ਸਮਝ ਆਏ। ਕੁਛ ਇਸ ਵਿੱਚ ਘਟਾਉਣਾ ਵਧਾਉਣਾ ਨਹੀਂ, ਕਿਉਂਕਿ ਅੱਜ ਕੱਲ੍ਹ ਜੀ ਜੋ ਇਸ ਕਰਕੇ ਪਾ ਰਹੇ ਹੈਗੇ ਆ, ਇਹ ਬੜਾ ਅਕਸਰ ਹੁੰਦਾ ਹੋ ਰਿਹਾ। ਹਾਂਜੀ, ਅਖੀਰ ਜ਼ਮਾਨੇ 'ਚ ਟੀਚਿੰਗਸ ਆਉਣਗੀਆਂ। ਤਮੋਥੀਅਸ ਇਹ ਜਿਹੜੀਆਂ ਉਤਲੀ ਵਰਸਿਸ ਨੇ ਨਾ, ਇਹਦੇ ਵਿੱਚ ਹੀ ਹੈ ਸਾਰਾ।
ਜੀ। ਕਿਉਂਕਿ ਦੇਖੋ ਜੀ ਆਪਾਂ ਅੱਜ ਆਪਣੇ ਵਿਸ਼ਵਾਸੀ ਨੂੰ ਵਿਸ਼ਵਾਸ ਦੇ ਵਿੱਚ ਚੱਲਦਿਆਂ ਹੋਇਆਂ ਇਸ ਗੱਲ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੈਗੀ ਆ। ਬਹੁਤ ਹਾਂਜੀ, ਕਿ ਆਪਾਂ ਬਾਈਬਲ ਦਾ ਇੱਕ ਆਇਤ ਲੈ ਕੇ ਉਹਦੇ ਤੇ ਡਾਕਟਰਿਨ ਬਣਾ ਦਿੰਦੇ ਹੈਗੇ ਆ, ਬਾਕੀ ਸਾਰਾ ਚੀਜ਼ ਨਹੀਂ ਸਮਝਦੇ। ਉਹ ਹੈਰਸੀ ਬਣ ਜਾਂਦੀ ਹੈ, ਬਿਦਅਤ। ਹਾਂਜੀ, ਉਹ ਦੇਖਣਾ ਹੁੰਦਾ ਆ ਵੀ ਸਾਰੇ ਹਾਂ ਬਾਈਬਲ। ਉਹ ਜਿਹੜਾ ਲਿਖਿਆ ਗਿਆ ਉਹ ਕਿਸ ਭਾਵਨਾ ਦੇ ਨਾਲ, ਕਿਸ ਮਕਸਦ ਦੇ ਲਈ ਲਿਖਿਆ ਹੈਗਾ। ਕਿਉਂਕਿ ਦੋ ਜਿਹੜੇ ਵਿਸ਼ਵਾਸੀ ਬੈਠੇ ਹੈਗੇ ਆ, ਇੱਕ ਕਹਿੰਦਾ ਨਹੀਂ ਆਹ ਗੱਲ ਇੱਦਾਂ ਹੋਣੀ ਚਾਹੀਦੀ, ਦੂਜਾ ਕਹਿੰਦਾ ਨਹੀਂ ਦੇਖੋ ਜੀ ਇੱਦਾਂ, ਦੋਨੇ ਬਾਈਬਲ ਦੇ ਵਿੱਚੋਂ ਹੀ ਦੱਸਦੇ ਆ। ਹਾਂਜੀ, ਤੇ ਉਹ ਆਇਤ ਨੂੰ ਫੜ ਕੇ ਦੱਸਦੇ, ਇਹ ਨਹੀਂ ਦੱਸਦੇ ਵੀ ਇਹਦਾ ਪਿੱਛੇ ਮਕਸਦ ਕੀ ਹੈਗਾ। ਜਿਹੜਾ ਵਚਨ ਹੈਗਾ ਉਹ ਇਸ ਬਾਈਬਲ ਨਹੀਂ ਕਦੀ ਦੱਸੂਗੀ ਇੱਧਰ ਕੁਝ ਹੋਰ ਤੇ ਉੱਧਰ ਕੁਝ ਹੋਰ, ਇਹ ਆਪਣੀ ਸਮਝ ਹੈਗੀ ਹੈ। ਔਰ ਚੌਥੀ ਸਦੀ 'ਚ ਨਾ ਇਹ ਬੜੀ ਇਹੋ ਜਿਹੇ ਮਾਮਲੇ ਸ਼ੁਰੂ ਹੋ ਗਏ ਸਨ ਬਲੀਵਰਸ ਦੇ 'ਚ, ਪਾਸਟਰਾਂ 'ਚ, ਪੋਪ ਯਾਨੀ ਕਿ ਜਿਹੜੇ ਸਨ ਬਲੀਵਰਸ ਪਾਸਟਰਾਂ 'ਚ ਜਾਂ ਆਗੂਆਂ 'ਚ। ਹਾਂਜੀ, ਤੇ ਉਹਨਾਂ ਨੇ ਨਾ ਇੱਕ ਕਾਉਂਸਲ ਬੈਠੀ, ਉਹਨੂੰ ਆਰਥੋਡਾਕਟ ਕਾਉਂਸਲ ਕਹਿ ਲਏ, ਡਾਕੂਮੈਂਟ ਲਿਖਿਆ ਗਿਆ ਕਿ ਇਹਨਾਂ ਨੂੰ ਕਿੰਝ ਕਾਊਂਟਰ ਕਰਨਾ ਹੈ ਜਾਂ ਕਿੰਝ ਕਰਨਾ ਹੈ। ਇੱਕ ਅਸੂਲ ਉਹਨਾਂ ਨੇ ਬਣਾ ਲਿਆ, ਜੇ ਬਾਈਬਲ ਦੇ ਪ੍ਰਿੰਸੀਪਲ ਉੱਤੇ ਗੱਲ ਕਰਨੀ ਹੈ ਤੇ ਘੱਟ ਤੋਂ ਘੱਟ 10 ਵਰਸੇਸ ਡਿਫਰੈਂਟ ਜਗ੍ਹਾ ਤੋਂ ਉਹਨੂੰ ਪ੍ਰੂਵ ਕਰਨ, ਸਾਬਤ ਕਰਨ, ਪ੍ਰਿੰਸੀਪਲ ਤੇ, ਅਸੂਲ ਤੇ। ਤੇ ਜੇ ਡਾਕਟਰਿਨ ਜਿਹਦੀ ਗੱਲ ਹੁਣ ਕਰ ਰਹੇ ਹਾਂ, ਇਹ ਘੱਟ ਤੋਂ ਘੱਟ 3 ਵਰਸੇਸ ਤੋਂ ਥੱਲੇ ਡਾਕਟਰਿਨ ਪ੍ਰੂਵ ਨਹੀਂ ਹੁੰਦੀ। ਤੇ ਜਿਹੜੇ ਲੋਕ ਇੱਕ ਵਰਸ ਨੂੰ ਲੈ ਕੇ ਉਹਦੇ ਉੱਤੇ ਡਾਕਟਰਿਨ ਬਣਾਉਂਦੇ ਨੇ, ਉਹ ਠੀਕ ਨਹੀਂ। ਸੋ ਲਿਹਾਜ਼ਾ ਇਹ ਇੱਕ ਅਸੂਲ ਉਹਨਾਂ ਨੇ ਅਰਲੀ ਕਲੀਸਿਆ 'ਚ ਸੈੱਟ ਕਰ ਦਿੱਤਾ ਸੀ। ਔਰ ਬਹੁਤ ਵੱਡਾ ਇੱਕ ਸਟੇਟਮੈਂਟ ਜਾਂ ਡਾਕੂਮੈਂਟ ਲਿਖਿਆ ਗਿਆ ਆਰਥੋਡਾਕਟ, ਜਿਹਦੀ ਸ਼ਾਰਟੈਸਟ ਫਾਰਮ ਜੇ ਇੱਕ ਅਪੋਸਲ ਕ੍ਰੀਡ, ਰਸੂਲਾਂ ਦਾ ਕੀਤਾ, ਠੀਕ ਹੈ। ਸੋ ਇਸ ਲਈ ਮੈਂ ਕਹਿ ਰਿਹਾ ਬੜਾ ਵੱਡਾ ਟਾਪਿਕ ਹੈ। ਸੋ ਇਸ ਤਰੀਕੇ ਨਾਲ ਅਸੀਂ ਦੇਖ ਸਕਨੇ ਹਾਂ ਕਿ ਇਹ ਵਚਨ ਦੇ ਮੁਤਾਬਿਕ ਹੈਗਾ ਕਿ ਨਹੀਂ, ਠੀਕ ਹੈ। ਹਾਂਜੀ, ਤੇ ਆਪਾਂ ਪੜ੍ਹ ਲਈਏ ਜੀ ਵਿਵਸਥਾ ਸਾਰ 4 ਦੀ 2 ਪੜ੍ਹਨ ਲੱਗੇ ਸੀ। ਅੱਛਾ ਜੀ। ਇਹਦੇ ਵਿੱਚ ਉਹਨੇ ਸਾਫ਼-ਸਾਫ਼ ਲਿਖਿਆ ਹੈਗਾ, ਜਿਹੜਾ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ, ਨਾ ਉਸ ਨੂੰ ਵਧਾਓ ਅਤੇ ਨਾ ਉਸ ਨੂੰ ਘਟਾਓ, ਤਾਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰੋ। ਹਾਲੇਲੂਇਆ। ਜਿਹੜਾ ਮੈਂ ਤੁਹਾਨੂੰ ਦਿੰਦਾ ਹਾਂ, ਠੀਕ ਹੈ ਜੀ। ਬਿਲਕੁਲ। ਸੋ ਦੂਸਰਾ ਪੁਆਇੰਟ ਵੇਖ ਲਈਏ, ਟਾਈਮ ਨੂੰ ਵੇਖਦੇ ਹਾਂ ਕਿ ਇੱਕ ਇਹ ਵੀ ਗੱਲ ਦੇਖੀ ਜਾਣੀ ਹੈ ਕਿ ਇਹਦਾ ਦੂਸਰੇ ਲੋਕਾਂ ਨਾਲ ਸੁਭਾਅ ਕੀ ਸੀ, ਵਰਤਾਓ ਕੀ ਹੈ, ਸੁਭਾਅ। ਰੋਮਨਸ 14 ਦੀ 10। ਸੌਰੀ, ਆਪਾਂ ਉਹ ਦੁਬਾਰਾ ਸਟੱਡੀ ਨਾ ਕਰ ਲਈਏ ਜੀ, ਕਿਹੜੀ? ਉਹ ਜਿਹੜਾ ਇਸ ਟੌਪਿਕ ਦੀ ਇਸੇ ਵਿੱਚ ਹੀ ਆ ਰਿਹਾ। ਹਾਂਜੀ ਹਾਂ, ਇਹਦੇ ਵਿੱਚ ਹੀ ਨੇ, ਇਹਦੇ ਵਿੱਚ ਕੁਝ ਚੀਜ਼ਾਂ ਨੇ। ਓਕੇ, ਹਾਂ ਦੇਖ ਲਓ। ਮੈਂ ਕਹਿੰਦਾ ਸੈਕੰਡ ਇਸ ਕਰ ਲਓ, ਇਹਦਾ ਪਾਰਟ 1 ਕਰ ਲਓ, 2 ਕਰ ਲਓ। ਨਹੀਂ, ਬਹੁਤ ਅੱਛਾ ਤੁਸੀਂ ਕਰ ਰਹੇ ਹੋ। ਛੇਤੀ ਜਾਣ ਦਾ ਫਾਇਦਾ ਕੋਈ ਨਹੀਂ, ਇੱਕ ਇੱਕ ਚੀਜ਼ ਨੂੰ ਖੰਗਾਲਣਾ ਚਾਹੀਦਾ। ਹਾਂਜੀ ਬਿਲਕੁਲ ਜੀ। ਹਾਂਜੀ ਬਿਲਕੁਲ। ਨੈਕਸਟ ਆਪਾਂ ਇੱਥੇ ਹੀ ਫਿਨਿਸ਼ ਕਰਦੇ ਹਾਂ ਜੀ ਇਹਨੂੰ, ਸਟੱਡੀ ਨੂੰ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਜੀ ਇਸ ਵਚਨ ਦੇ ਲਈ। ਪਰਮੇਸ਼ਰ ਪਿਤਾ ਸਾਡੇ ਤੇ ਰਹਿਮ ਕਰੋ, ਦਇਆ ਕਰੋ। ਅਸੀਂ ਕੁਝ ਵੀ ਜਾਣੇ ਅਣਜਾਣੇ ਦੇ ਵਿੱਚ ਆਪਣੇ ਮਕਸਦ ਦੇ ਲਈ, ਆਪਣੇ ਆਪ ਨੂੰ ਸਹੀ ਕਹਿਣ ਦੇ ਲਈ, ਆਪਣੇ ਕਿਸੇ ਪਰਮੇਸ਼ਰ ਪਿਤਾ ਕਦੀ ਵੀ ਕੁਝ ਵੀ ਆਪ ਦੇ ਵਚਨ ਦੇ ਵਿੱਚ ਕੁਝ ਵੀ ਵਧਾਓ ਘਟਾਓ ਨਾ ਕਰੀਏ। ਆਪ ਦਾ ਪਵਿੱਤਰ ਆਤਮਾ ਸਾਨੂੰ ਗਾਈਡ ਕਰੇ, ਲੀਡ ਕਰੇ ਪਰਮੇਸ਼ਰ ਪਿਤਾ। ਅਗਰ ਅਸੀਂ ਕੁਝ ਇਹੋ ਜਿਹਾ ਕਦੇ ਬੋਲਿਆ ਹੋਵੇ ਜੋ ਪਰਮੇਸ਼ਰ ਪਿਤਾ ਆਪ ਦੇ ਵਚਨ ਦੇ ਖਿਲਾਫ ਹੈ, ਅਸੀਂ ਕੁਝ ਗਲਤ ਮਿਸਅੰਡਰਸਟੈਂਡਿੰਗ ਦੇ ਨਾਲ ਕੁਝ ਕਿਹਾ ਹੋਵੇ ਪਰਮੇਸ਼ਰ ਪਿਤਾ, ਸਾਨੂੰ ਮਾਫ ਕਰ ਦਿਓ ਪਰਮੇਸ਼ਰ ਪਿਤਾ। ਅਸੀਂ ਸਿਰਫ ਤੇ ਸਿਰਫ ਉਹੀ ਬੋਲੀਏ ਜੋ ਪਰਮੇਸ਼ਰ ਪਿਤਾ ਪਵਿੱਤਰ ਆਤਮਾ ਵੱਲੋਂ ਹੈ, ਜੋ ਇਸ ਵਚਨ ਦੁਆਰਾ ਹੈ। ਅਗਰ ਅਸੀਂ ਕਦੀ ਵੀ ਇਸ ਵਿੱਚ ਕੁਝ ਵਧਾਇਆ ਘਟਾਇਆ ਹੋਵੇ, ਸਾਨੂੰ ਮਾਫ ਕਰ ਦਿਓ ਪਰਮੇਸ਼ਰ ਪਿਤਾ। ਔਰ ਅਸੀਂ ਸਿਰਫ ਤੇ ਸਿਰਫ ਜੋ ਆਪ ਚਾਹੁੰਦੇ ਹੋ, ਜੋ ਸਹੀ ਹੈ, ਉਹ ਹੀ ਬੋਲੀਏ। ਹਰ ਇੱਕ ਦੇ ਸੁਣਨ ਵਾਲੇ ਦੇ ਲਈ ਵੀ ਅਸੀਂ ਇਹ ਮੰਗਦੇ ਹਾਂ ਪਰਮੇਸ਼ਰ ਪਿਤਾ, ਸਾਨੂੰ ਗਾਈਡ ਕਰੋ, ਲੀਡ ਕਰੋ। ਆਪ ਦਾ ਪਵਿੱਤਰ ਆਤਮਾ ਪਰਮੇਸ਼ਰ ਪਿਤਾ ਸਾਨੂੰ ਗਾਈਡ ਕਰੇ, ਲੀਡ ਕਰੇ ਔਰ ਸਾਡੇ ਨਾਲ ਗੱਲਬਾਤ ਕਰੋ ਪਰਮੇਸ਼ਰ ਪਿਤਾ। ਔਰ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ, ਪ੍ਰੋਟੈਕਟ ਕਰਦੇ ਹਾਂ, ਔਰ ਜੋ ਵੀ ਇਸ ਨੂੰ ਸੁਣੇ ਬਰਕਤ ਪਾਵੇ ਔਰ ਬਹੁਤ ਸਾਰਾ ਫਲ ਲੈ ਕੇ ਆਵੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ।